ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PSTET, CTET, ਮਾਸਟਰ ਕੇਡਰ, NTT ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋਗੇ। ਸੋ ਅੱਜ ਦਾ ਸਾਡਾ ਟੌਪਿਕ ਰਹੇਗਾ, ਇਸ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਲ ਕੇਂਦਰਿਤ ਸਿੱਖਿਆ ਯਾਨੀ ਚਾਈਲਡ ਸੈਂਟਰ ਐਜੂਕੇਸ਼ਨ, ਜੋ ਕਿ PSTET ਐਗਜ਼ਾਮ ਦੇ ਲਈ ਤੁਹਾਨੂੰ ਹੈਲਪਫੁਲ ਰਹੇਗੀ। ਸੋ ਇਹ ਦੋ ਟੌਪਿਕ ਨੇ। ਸੋ ਇੱਕ ਹੈ ਚਾਈਲਡ ਸੈਂਟਰਡ, ਠੀਕ ਹੈ, ਦੂਸਰਾ ਹੈ ਪ੍ਰੋਗਰੈਸਿਵ ਐਜੂਕੇਸ਼ਨ। ਇਹ ਦੋਨੋਂ ਹੀ ਜਿਹੜੇ ਕੰਟੈਕਟ ਨੇ, ਬਟ ਆਪਾਂ ਇਹਨਾਂ ਨੂੰ ਦੋ ਪਾਰਟ ਦੇ ਵਿੱਚ ਕਰਾਂਗੇ। ਕੱਲ੍ਹ ਵਾਲੇ ਪਾਰਟ ਦੇ ਵਿੱਚ ਆਪਾਂ ਜਿਹੜਾ ਹੈ ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਕਰਾਂਗੇ, ਬਟ ਅੱਜ ਸਿਰਫ ਚਾਈਲਡ ਸੈਂਟਰ ਐਜੂਕੇਸ਼ਨ ਦੀ ਗੱਲ ਕਰਾਂਗੇ। ਸੋ ਛੋਟੇ ਛੋਟੇ ਟੌਪਿਕ ਨੇਗੇ। ਸੋ ਅੱਜ ਜਿਹੜੀ ਆ ਉਹ ਲਾਈਵ ਕਲਾਸ ਨਹੀਂ ਲੱਗ ਪਈ। ਸੋ ਵੈਸੇ ਡੇਲੀ ਕਲਾਸ ਜਿਹੜੀ ਹੈ ਉਹ 10 ਵਜੇ ਜਿਹੜੀ ਹੁੰਦੀ ਹੈ ਸਵੇਰੇ, ਤੁਸੀਂ ਉਹ ਜੁਆਇਨ ਕਰ ਸਕਦੇ ਹੈਗੇ ਹੋ। ਸੋ ਲਾਈਟ ਨਾ ਹੋਣ ਕਰਕੇ ਜਿਹੜੀ ਹੈ PPT ਵਗੈਰਾ ਕੰਪਲੀਟ ਨਹੀਂ ਹੋਈ ਸੀ, ਇਸ ਕਰਕੇ ਮਾਰਨਿੰਗ ਜਿਹੜੀ ਕਲਾਸ ਆ ਉਹ ਲਾਈਵ ਨਹੀਂ ਲੱਗ ਪਈ ਸੀ। ਬਟ ਕੱਲ੍ਹ ਜਿਹੜੀ ਕਲਾਸ ਆ ਉਹ ਲਾਈਵ ਲੱਗੇਗੀ 10 ਵਜੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਚਾਈਲਡ ਸੈਂਟਰਡ, ਸੋ ਇਹ ਸਭ ਤੋਂ ਇੰਪੋਰਟੈਂਟ ਹੈ। ਚਾਈਲਡ ਸੈਂਟਰ ਦਾ ਮਤਲਬ ਹੈ, ਸਧਾਰਨ ਜਿਹੇ ਸ਼ਬਦਾਂ ਦੇ ਵਿੱਚ ਗੱਲ ਕਰੀਏ, ਕਿ ਜਦੋਂ ਵੀ ਟੀਚਿੰਗ ਕੀਤੀ ਜਾਂਦੀ ਹੈ ਤਾਂ ਚਾਈਲਡ ਨੂੰ ਜਿਹੜਾ ਹੈ, ਬਾਲਕ ਨੂੰ ਜਿਹੜਾ ਹੈ ਪ੍ਰਮੁੱਖ ਰੱਖਿਆ ਜਾਊਗਾ। ਹਾਲਾਂਕਿ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਜਿਹੜਾ ਹੈ ਉਹ ਟੀਚਰ ਨੂੰ ਭੂਮਿਕਾ ਦਿੱਤੀ ਜਾਂਦੀ ਸੀਗੀ। ਟੀਚਰ ਨੂੰ ਜਿਹੜਾ ਹੈ ਸੈਂਟਰ ਦੇ ਵਿੱਚ ਰੱਖਿਆ ਜਾਂਦਾ ਸੀ, ਯਾਨੀ ਕਿ ਟੀਚਰ ਜੋ ਹੈ ਉਹ ਸਭ ਕੁਝ ਆਪਣੇ ਅਕੋਰਡਿੰਗ ਕਰਵਾਵੇਗਾ, ਜਿਸ ਤਰ੍ਹਾਂ ਉਸਨੂੰ ਠੀਕ ਲੱਗੇਗਾ ਉਸੇ ਤਰੀਕੇ ਦੇ ਨਾਲ ਉਹ ਬੱਚੇ ਨੂੰ ਪੜ੍ਹਾ ਦੇਵੇਗਾ। ਸੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੈ ਇੰਟਰਫੇਰੈਂਸ ਜਿਹੜੀ ਆ ਕੋਈ ਵੀ ਪਰਸਨ ਨਹੀਂ ਕਰ ਸਕਦਾ ਸੀ। ਇਹ ਅਧਿਆਪਕ ਦੇ ਉੱਪਰ ਡਿਪੈਂਡ ਹੁੰਦਾ ਸੀ ਕਿ ਉਹ ਬੱਚੇ ਨੂੰ ਪਿਆਰ ਨਾਲ ਪੜ੍ਹਾਵੇ, ਚਾਹੇ ਉਹ ਡੰਡੇ ਨਾਲ ਪੜ੍ਹਾਵੇ, ਚਾਹੇ ਉਹ ਮਾਰ ਕੁੱਟ ਕੇ ਪੜ੍ਹਾਵੇ, ਅਤੇ ਚਾਹੇ ਉਸਨੂੰ ਉਹ ਕਿਸੇ ਵੀ ਮੈਥਡ ਦੇ ਨਾਲ ਜੋ ਵੀ ਉਸਨੂੰ ਠੀਕ ਲੱਗਦਾ ਹੈ, ਜਿਸ ਵੀ ਭਾਸ਼ਾ ਦੇ ਵਿੱਚ ਉਹ ਚਾਹੇ ਔਰ ਜਿਸ ਵੀ ਤਰੀਕੇ ਦੇ ਨਾਲ ਚਾਹੇ ਉਹ ਪੜ੍ਹਾਉਂਦਾ ਸੀਗਾ। ਨਾ ਕਿ ਉਹ ਬੱਚੇ ਨੂੰ ਧਿਆਨ ਦੇ ਵਿੱਚ ਰੱਖਦਾ ਸੀ ਕਿ ਬੱਚਾ ਕਿਸ ਲੈਵਲ ਦਾ ਹੈ, ਬੱਚੇ ਦੀ ਏਜ ਕਿੰਨੀ ਹੈ, ਬੱਚਾ ਕਿਸ ਤਰੀਕੇ ਦੇ ਨਾਲ ਜ਼ਿਆਦਾ ਸਿੱਖ ਸਕਦਾ ਹੈ, ਬੱਚਾ ਕਿਸ ਤਰੀਕੇ ਦੇ ਨਾਲ ਘੱਟ ਸਿੱਖਦਾ ਹੈ, ਅਤੇ ਉਸਨੂੰ ਅਸੀਂ ਕਿਵੇਂ ਜਿਹੜਾ ਹੈ ਇੰਪਰੂਵ ਕਰ ਸਕਦੇ ਹਾਂ, ਔਰ ਬੱਚੇ ਦੇ ਉੱਪਰ ਅਸੀਂ ਆਪਣਾ ਇਫੈਕਟ ਜਿਹੜਾ ਉਹ ਕਿਸ ਤਰੀਕੇ ਨਾਲ ਛੱਡ ਸਕਦੇ ਹਾਂ। ਸੋ ਉਸ ਸਮੇਂ ਜਿਹੜਾ ਕਹਿ ਸਕਦੇ ਹਾਂ ਜ਼ਰੂਰੀ ਹੁੰਦਾ ਸੀ, ਯਾਨੀ ਕਿ ਉਸ ਸਮੇਂ ਟੀਚਰ ਨੂੰ ਮੁੱਖ ਰੱਖਿਆ। ਬਟ ਕੁਝ ਸਮੇਂ ਬਾਅਦ ਇਸ ਦੇ ਵਿੱਚ ਚੇਂਜ ਆਇਆ, ਜੋ ਕਿ ਅਲੱਗ-ਅਲੱਗ ਸਮੇਂ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਨੇ ਜਿਹੜਾ ਇਸ ਮੈਥਡ ਨੂੰ ਅਪਣਾਇਆ, ਜਿਸ ਦੇ ਵਿੱਚ ਚਾਈਲਡ ਸੈਂਟਰਡ ਜਿਹੜਾ ਕਨਸੈਪਟ ਹੈ ਉਹ ਸ਼ੁਰੂ ਕੀਤਾ ਗਿਆ ਹੈ। ਯਾਨੀ ਕਿ ਬੱਚੇ ਨੂੰ ਮੁੱਖ ਰੱਖਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਨੂੰ ਮੁੱਖ ਰੱਖ ਕੇ ਹੀ ਐਜੂਕੇਸ਼ਨ ਦਿੱਤੀ ਜਾਵੇ, ਨਾ ਕਿ ਅਧਿਆਪਕ ਨੂੰ, ਕਿਉਂਕਿ ਜਿਹੜੀ ਐਜੂਕੇਸ਼ਨ ਹੈਗੀ ਉਹ ਬੱਚੇ ਲਈ ਹੈ, ਨਾ ਕਿ ਅਧਿਆਪਕ ਦੇ ਲਈ। ਅਧਿਆਪਕ ਨੇ ਤਾਂ ਟੀਚ ਕਰਨਾ ਹੈ ਔਰ ਉਸਨੇ ਐਜੂਕੇਸ਼ਨ ਜਿਹੜੀ ਹੈ ਉਹ ਲੈ ਚੁੱਕਿਆ ਹੈਗਾ, ਬਟ ਇੱਥੇ ਜਿਹੜਾ ਹੁਣ ਮੇਨ ਪਰਪਸ ਆ ਉਹ ਬੱਚੇ ਦਾ ਹੈ, ਯਾਨੀ ਕਿ ਬੱਚੇ ਨੂੰ ਜਿਹੜੀ ਹੈ ਐਜੂਕੇਸ਼ਨ ਦੇਣੀ ਹੈ। ਤਾਂ ਬਾਲ ਕੇਂਦਰਿਤ ਸਿੱਖਿਆ ਦਾ ਕੀ ਮਤਲਬ ਹੈ? ਸੋ ਬਾਲ ਕੇਂਦਰਿਤ ਸਿੱਖਿਆ ਦੇ ਅਧੀਨ ਉਹਨਾਂ ਸਿੱਖਣ ਵਿਧੀਆਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਬਾਲਕਾਂ ਦੀ ਸਿੱਖਣ ਪ੍ਰਕਿਰਿਆ ਦੇ ਵਿੱਚ ਮਦਦ ਕਰਦੀ ਹੈਗੀ ਕਿ ਬੱਚੇ ਕਿਸ ਮੈਥਡ ਦੇ ਨਾਲ ਜ਼ਿਆਦਾ ਸਿੱਖ ਸਕਦੇ ਨੇ, ਇਫੈਕਟਿਵ ਤਰੀਕੇ ਦੇ ਨਾਲ ਸਿੱਖ ਸਕਦੇ ਨੇ, ਕਿਹੜੀ ਵਿਧੀ ਜਿਹੜੀ ਹੈ ਇਸਤੇਮਾਲ ਕੀਤੀ ਜਾ ਸਕਦੀ ਹੈ। ਲੈਕਚਰ ਮੈਥਡ ਹੋ ਗਿਆ, ਪਲੇਵੇ ਹੋ ਗਿਆ, ਠੀਕ ਹੈ, ਜਿਸ ਤੋਂ ਇਲਾਵਾ ਪ੍ਰੋਜੈਕਟ ਮੈਥਡ ਹੋ ਗਿਆ, ਕਿਸ ਮੈਥਡ ਦੇ ਨਾਲ ਬੱਚਾ ਜ਼ਿਆਦਾ ਸਿੱਖ ਸਕਦਾ ਹੈ। ਇਸ ਤੋਂ ਇਲਾਵਾ ਜੋ ਵੀ ਮਹੱਤਵਪੂਰਨ ਕਾਰਕ ਨੇ ਇੱਕ ਬੱਚੇ ਦੇ ਨਾਲ ਰਿਲੇਟਡ, ਜੋ ਉਸ ਦੀ ਜ਼ਿੰਦਗੀ ਦੇ ਨਾਲ ਉਸ ਦੇ ਲੈਵਲ ਦੇ ਅਕੋਰਡਿੰਗ, ਉਸ ਦੇ ਮਾਈਂਡ ਦੇ ਅਕੋਰਡਿੰਗ ਉਹਨਾਂ ਨੂੰ ਪ੍ਰਮੁੱਖ ਰੱਖਣਾ। ਇਸ ਤੋਂ ਇਲਾਵਾ ਜੋ ਵੀ ਚੀਜ਼ਾਂ ਉਹਨਾਂ ਨੂੰ ਲਾਭਦਾਇਕ ਨੇ ਚਾਹੇ ਹਾਨੀਕਾਰਕ ਨੇ, ਉਹਨਾਂ ਦਿਸ਼ਾਵਾਂ ਦੇ ਬਾਰੇ ਟੀਚਰ ਦੇ ਦੁਆਰਾ ਗਿਆਨ ਦੇਣਾ ਕਿ ਕਿਹੜੀ ਦਿਸ਼ਾ ਦੇ ਵਿੱਚ ਜਾ ਕੇ ਉਹ ਆਪਣੇ ਆਪ ਨੂੰ ਇੰਪਰੂਵ ਕਰਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਉਹ ਹਾਨੀਕਾਰਕ ਅਤੇ ਲਾਭਦਾਇਕ ਜਿਹੜੀਆਂ ਦਿਸ਼ਾਵਾਂ ਨੇ ਉਹਨਾਂ ਨੂੰ ਚੁਣ ਪਾ ਸਕਦਾ ਹੈ, ਜਾਂ ਉਹਨਾਂ ਦੇ ਵਿੱਚੋਂ ਅੱਛਾ ਰਸਤਾ ਜਿਹੜਾ ਉਹ ਕਿਵੇਂ ਚੁਣ ਪਾਵੇਗਾ। ਇਸ ਤੋਂ ਇਲਾਵਾ ਬੱਚੇ ਦੇ ਜ਼ਿੰਦਗੀ ਦੇ ਵਿੱਚ, ਬੱਚੇ ਦੇ ਮੈਂਟਲ ਲੈਵਲ ਦੇ ਵਿੱਚ, ਬੱਚੇ ਦੀ ਸਰੀਰਕ ਅਵਸਥਾ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਰੁਕਾਵਟਾਂ ਹੁੰਦੀਆਂ ਨੇ, ਉਹਨਾਂ ਨੂੰ ਦੂਰ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਾਲ ਕੇਂਦਰਿਤ ਐਜੂਕੇਸ਼ਨ ਦੇ ਵਿੱਚ ਹੋਵੇਗੀ। ਸਿੱਖਣ ਦੀ ਜਿਹੜੀ ਵਰਕ ਹੈ, ਯਾਨੀ ਕਿ ਰੇਖਾ ਜਿਹੜੀ ਹੈ ਕਿ ਬੱਚਾ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਜ਼ਿਆਦਾ ਸਿੱਖ ਪਾਵੇਗਾ, ਸੋ ਇਸ ਗੱਲ ਦਾ ਵੀ ਜਿਹੜਾ ਉਹਨਾਂ ਨੇ ਨਿਰੀਖਣ ਕੀਤਾ ਹੈ। ਇਸ ਤੋਂ ਇਲਾਵਾ ਪ੍ਰੀਖਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿ ਬੱਚਿਆਂ ਨੂੰ ਸਿਖਾਉਣ ਤੋਂ ਬਾਅਦ ਇਹ ਕਿਵੇਂ ਪ੍ਰੀਖਣ ਕੀਤਾ ਜਾਵੇ ਕਿ ਬੱਚਾ ਸਿੱਖ ਰਿਹਾ ਹੈ, ਬੱਚਾ
ਸਿੱਖ ਕਿੰਨਾ ਰਿਹਾ ਹੈ ਅਤੇ ਕਿੰਨੀ ਮਾਤਰਾ ਦੇ ਵਿੱਚ ਅਤੇ ਕਿਵੇਂ ਸਿੱਖ ਜ਼ਿਆਦਾ ਰਿਹਾ ਹੈਗਾ, ਇਸ ਚੀਜ਼ ਦਾ ਅਧਿਐਨ ਕਰਨਾ। ਇਹ ਸਾਰੇ ਫੈਕਟਰ ਜਿਹੜੇ ਨੇ ਉਹ ਬਾਲ ਕੇਂਦਰਿਤ ਸਿੱਖਿਆ ਦੇ ਅਧੀਨ ਆਉਂਦੇ ਨੇ। ਸੋ ਇਹਨਾਂ ਸਾਰੇ ਫੈਕਟਰਾਂ ਨੂੰ ਮੁੱਖ ਰੱਖ ਕੇ ਜਿਹੜਾ ਹੈ ਬਾਲ ਕੇਂਦਰਿਤ ਐਜੂਕੇਸ਼ਨ ਦਿੱਤੀ ਜਾਂਦੀ ਹੈ। ਮੀਨਜ਼ ਕਿ ਬੱਚੇ ਨੂੰ ਜਿਸ ਮੈਥਡ ਦੇ ਨਾਲ ਜ਼ਿਆਦਾ ਸਮਝ ਆਉਂਦਾ ਹੈ, ਜਿਸ ਏਜ ਦੇ ਦੌਰਾਨ ਉਸ ਲਈ ਮੈਥਡ ਜਿਹੜਾ ਅੱਛਾ ਰਹਿੰਦਾ ਹੈ, ਸੋ ਉਸ ਨੂੰ ਉਪਯੋਗ ਕਰਕੇ ਟੀਚਰ ਦੇ ਦੁਆਰਾ ਵੱਧ ਤੋਂ ਵੱਧ ਬੱਚੇ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਹਮੇਸ਼ਾ ਜਿਹੜਾ ਹੈ ਬੱਚੇ ਨੂੰ ਕੇਂਦਰ ਦੇ ਵਿੱਚ ਰੱਖਿਆ ਜਾਂਦਾ ਹੈ, ਬੱਚੇ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ, ਬੱਚੇ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈਗਾ ਇਸ ਦੇ ਵਿੱਚ। ਤੇ ਸਾਰੇ ਦਾ ਸਾਰਾ ਕੀ ਹੈਗਾ, ਮਨੋਵਿਗਿਆਨ ਵਿਸ਼ਲੇਸ਼ਣ ਦੇ ਉੱਪਰ ਆਧਾਰਿਤ ਹੈ, ਬੇਸਡ ਹੈ ਸਾਈਕੋਲੋਜੀ ਦੇ ਉੱਪਰ। ਕਿਸ ਤਰ੍ਹਾਂ ਕਿ ਬੱਚੇ ਦਾ ਜੇਕਰ ਅਧਿਆਪਕ ਨੂੰ ਮਨੋਵਿਗਿਆਨ ਸਾਈਕੋਲੋਜੀ ਬਾਰੇ ਪਤਾ ਹੈ ਤਾਂ ਉਹ ਬੱਚੇ ਦੇ ਲੈਵਲ ਦੇ ਅਕੋਰਡਿੰਗ ਉਸ ਨੂੰ ਇਹਨਾਂ ਸਾਰੇ ਮੈਥਡਾਂ ਨੂੰ ਸਮਝਦੇ ਹੋਏ ਜਿਹੜਾ ਐਜੂਕੇਸ਼ਨ ਦੇਵੇਗਾ। ਸੋ ਬਾਲ ਕੇਂਦਰਿਤ ਸਿੱਖਿਆ ਦੇ ਵਿੱਚ ਪ੍ਰਮੁੱਖ ਯੋਗਦਾਨ ਜਿਹੜਾ ਹੈ ਉਹ ਸਿੱਖਿਆ ਮਨੋਵਿਗਿਆਨ ਦਾ ਹੀ ਰਹਿੰਦਾ ਹੈ, ਐਜੂਕੇਸ਼ਨਲ ਸਾਈਕੋਲੋਜੀ ਦਾ ਹੀ ਰਹਿੰਦਾ ਹੈ, ਕਿਉਂਕਿ ਇਸੇ ਦੇ ਥਰੂ ਹੀ ਸਾਨੂੰ ਪਤਾ ਲੱਗਦਾ ਹੈ, ਇੱਕ ਅਧਿਆਪਕ ਨੂੰ ਵੀ ਪਤਾ ਲੱਗਦਾ ਹੈ ਕਿ ਬੱਚੇ ਦੀਆਂ ਕੀ ਲੋੜਾਂ ਨੇ, ਕਿਸ ਏਜ ਦੇ ਵਿੱਚ ਉਹ ਕਿਸ ਚੀਜ਼ ਦੀ ਡਿਮਾਂਡ ਕਰਦਾ ਹੈ, ਕਿਸ ਮੈਥਡ ਦੇ ਨਾਲ ਜ਼ਿਆਦਾ ਸਿੱਖ ਸਕਦਾ ਹੈ ਅਤੇ ਕਿਵੇਂ ਉਸ ਨੂੰ ਈਜ਼ਲੀ ਜਿਹੜਾ ਸਮਝਾਇਆ ਜਾ ਸਕਦਾ ਹੈ। ਇਹ ਸਾਡੇ ਲਈ ਹੈਲਪਫੁਲ ਰਹਿੰਦੀ ਹੈਗੀ ਕਿ ਐਜੂਕੇਸ਼ਨਲ ਸਾਈਕੋਲੋਜੀ, ਠੀਕ ਹੈ। ਤਾਂ ਇਹਦਾ ਮੁੱਖ ਉਦੇਸ਼ ਹੈਗਾ ਬੱਚਿਆਂ ਦੇ ਲਈ ਉਹਨਾਂ ਦੇ ਮਨੋਵਿਗਿਆਨ ਨੂੰ ਸਮਝਦੇ ਹੋਏ, ਉਹਨਾਂ ਦੀ ਸਾਈਕੋਲੋਜੀ ਨੂੰ, ਉਹਨਾਂ ਦੇ ਮਨ ਨੂੰ ਸਮਝਦੇ ਹੋਏ ਸਿੱਖਿਆ ਦੀ ਵਿਵਸਥਾ ਕਰਨਾ, ਸਿੱਖਿਆ ਜਿਹੜੀ ਹੈ ਉਸ ਨੂੰ ਕਹਿ ਸਕਦੇ ਹਾਂ ਐਸਟੈਬਲਿਸ਼ ਕਰਨਾ ਕਿ ਬੱਚਾ ਵੱਧ ਤੋਂ ਵੱਧ ਕਿਸ ਤਰੀਕੇ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਆ ਸਿੱਖ ਸਕਦਾ ਹੈਗਾ, ਠੀਕ ਹੈ। ਸੋ ਉਸ ਦੀਆਂ ਸਿੱਖਿਆ ਪ੍ਰਾਪਤੀ ਸਮੱਸਿਆਵਾਂ ਨੂੰ ਦੂਰ ਕਰਨਾ, ਸਿੱਖਿਆ ਪ੍ਰਤੀ, ਯਾਨੀ ਕਿ ਜੇਕਰ ਬੱਚੇ ਨੂੰ ਸਿੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆ ਰਹੀ ਹੈ, ਸੋ ਇਕਨੋਮਿਕਲ ਵੀ ਹੋ ਸਕਦੀ ਹੈ, ਮੈਂਟਲੀ ਵੀ ਹੋ ਸਕਦੀ ਹੈ, ਸਰੀਰਕ ਵੀ ਹੋ ਸਕਦੀ ਹੈ, ਠੀਕ ਹੈ, ਭਾਵਨਾਤਮਕ ਵੀ ਹੋ ਸਕਦੀ ਹੈ ਅਤੇ ਸਮਾਜਿਕ ਵੀ ਹੋ ਸਕਦੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਇੱਕ ਅਧਿਆਪਕ ਮਨੋਵਿਗਿਆਨ ਵਿਸ਼ਲੇਸ਼ਣ ਦੇ ਦੁਆਰਾ ਸਮਝੇਗਾ ਅਤੇ ਉਹਨਾਂ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰੇਗਾ। ਮੀਨਜ਼ ਕਿ ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਬੱਚੇ ਨੂੰ ਐਜੂਕੇਸ਼ਨ ਦੇ ਰਿਹਾ ਇੱਕ ਟੀਚਰ ਦੇਖ ਰਿਹਾ ਕਿ ਕੁਝ ਬੱਚੇ ਜਿਹੜੇ ਹੈ ਉਹ ਇੰਟੈਲੀਜੈਂਟ ਨੇ, ਬਟ ਕੁਝ ਬੱਚੇ ਜਿਹੜੇ ਹੈਗੇ ਨੇਗੇ ਵੀਕ ਨੇਗੇ ਪੜ੍ਹਾਈ ਦੇ ਵਿੱਚ। ਸੋ ਪੁਰਾਣੇ ਮੈਥਡ ਦੇ ਵਿੱਚ ਕੀ ਹੁੰਦਾ ਸੀਗਾ ਕਿ ਜਿਹੜਾ ਟੀਚਰ ਹੁੰਦਾ ਸੀਗਾ ਉਹ ਬੱਚੇ ਨੂੰ ਜੇਕਰ ਕੁਝ ਨਹੀਂ ਆਉਂਦਾ ਸੀ, ਉਸ ਨੂੰ ਮੈਥ ਦਾ ਸਵਾਲ, ਇੰਗਲਿਸ਼ ਦਾ ਕੁਝ ਵੀ ਨਹੀਂ ਆਉਂਦਾ, ਟੀਚਰ ਕਿਸ ਨੂੰ ਕੁੱਟ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਕੁੱਟ ਲਓ, ਅਗਰ ਉਸ ਨੂੰ ਆਉਂਦਾ ਹੈ ਤਾਂ ਵੀ ਠੀਕ ਹੈ, ਅਗਰ ਕੱਲ੍ਹ ਨੂੰ ਉਹ ਡਰ ਕੇ ਜ਼ਰੂਰ ਕਰੇਗਾ। ਪਰ ਵਰਤਮਾਨ ਸਮੇਂ ਜਿਹੜੀ ਸਥਿਤੀ ਹੈ ਕਿ ਜਿਹਦੇ ਵਿੱਚ ਚਾਈਲਡ ਸੈਂਟਰ ਦੀ ਗੱਲ ਕੀਤੀ ਜਾਂਦੀ ਹੈ ਕਿ ਬੱਚੇ ਦਾ ਜੇਕਰ ਟੀਚਰ ਨੂੰ ਪਤਾ ਲੱਗਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀਕ ਹੈ ਪੜ੍ਹਾਈ ਦੇ ਵਿੱਚ, ਤਾਂ ਅਧਿਆਪਕ ਉਸ ਨੂੰ ਕੁੱਟਦਾ ਨਹੀਂ ਹੈ, ਉਸ ਦੀ ਕੁਝ ਬੈਕਗਰਾਊਂਡ ਜਿਹੜੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਹੋ ਸਕਦਾ ਹੈ ਕਿ ਉਸ ਬੱਚੇ ਦੀ ਜਿਹੜੀ ਕੰਡੀਸ਼ਨ ਨਾ ਹੋਵੇ, ਘਰ ਦੇ ਵਿੱਚ ਉਹ ਨਾ ਪੜ੍ਹ ਸਕਦਾ ਹੋਵੇ, ਘਰ ਦੇ ਵਿੱਚ ਪੇਰੈਂਟਸ ਜਿਹੜੇ ਨੇ ਅਨਪੜ੍ਹ ਹੋ ਸਕਦੇ ਹੈਗੇ ਨੇ, ਘਰ ਦੇ ਵਿੱਚ ਹੋ ਸਕਦਾ ਕਿ ਉਹ ਸਕੂਲ ਤੋਂ ਆ ਕੇ ਬਾਅਦ ਦੇ ਵਿੱਚ ਘਰ ਦਾ ਕੰਮ ਕਰਦਾ ਹੋ ਸਕਦਾ ਹੈ, ਠੀਕ ਹੈ, ਜੋ ਕਿ ਅੱਜ ਸਾਡੀ ਇੰਡੀਆ ਦੀ ਸਥਿਤੀ ਹੈ ਇਸ ਦੀ ਅਕੋਰਡਿੰਗ ਵੀ ਮੰਨ ਸਕਦੇ ਹੈਗੇ ਆਂਗੇ। ਹੋ ਸਕਦਾ ਕਿ ਉਸਦੇ ਪੇਰੈਂਟਸ ਬਿਮਾਰ ਹੋਣ, ਹੋ ਸਕਦਾ ਕਿ ਉਹਨਾਂ ਦੀ ਉਹ ਕੇਅਰ ਕਰਦਾ ਹੋਵੇ, ਇਸ ਕਰਕੇ ਘਰ ਦੇ ਵਿੱਚ ਆ ਕੇ ਜਿਹੜਾ ਕਹਿ ਸਕਦੇ ਨਾ ਉਹ ਸਟੱਡੀ ਨਾ ਕਰ ਪਾਉਂਦਾ ਹੋਵੇ। ਹੋ ਸਕਦਾ ਕਿ ਉਸਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਨੋਵਿਗਿਆਨਿਕ ਜਿਹੜੀ ਕਮੀ ਹੋਵੇ, ਠੀਕ ਹੈ, ਸਿੱਖਣ ਦੇ ਵਿੱਚ ਜਿਹੜੀ ਉਸਦੀ ਪ੍ਰੋਸੈਸ ਆ ਉਹ ਸਲੋ ਹੋਵੇ, ਤਾਂ ਇਹ ਫੈਕਟਰ ਜਿਹੜੇ ਆ ਉਹ ਕੰਮ ਕਰਦੇ ਹੋਣਗੇ। ਚਾਈਲਡ ਸੈਂਟਰ ਦੇ ਅਕੋਰਡਿੰਗ ਜਿਹੜਾ ਟੀਚਰ ਹੈ ਉਹ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸਮਝੇਗਾ ਅਤੇ ਇਹਨਾਂ ਸਮੱਸਿਆਵਾਂ ਦੇ ਅਕੋਰਡਿੰਗ ਬੱਚੇ ਨੂੰ ਸਮਝ ਕੇ ਐਜੂਕੇਸ਼ਨ ਦੇਵੇਗਾ ਅਤੇ ਸਮਝਾਉਣ ਦੀ ਕੋਸ਼ਿਸ਼ ਕਰੇਗਾ ਕਿ ਉਹ ਵੱਧ ਤੋਂ ਵੱਧ ਜਿਹੜਾ ਸਿੱਖ ਪਾਵੇ ਇਹਨਾਂ ਮੈਥਡ ਦੇ ਨਾਲ, ਠੀਕ ਹੈ। ਤਾਂ ਇਸ ਲਈ ਇਹ ਸਿੱਖਿਆ ਪ੍ਰਤੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਇੱਕ ਮੈਥਡ ਮੰਨਿਆ ਜਾਂਦਾ ਹੈ ਚਾਈਲਡ ਸੈਂਟਰ। ਸਾਲ 1919 ਦੇ ਵਿੱਚ ਪ੍ਰੋਗਰੈਸਿਵ ਐਜੂਕੇਸ਼ਨ ਦੇ ਜਿਹੜੇ ਸੁਧਾਰਕ ਸੀਗੇ ਉਹਨਾਂ ਨੇ ਕੋਲੰਬੀਆ ਵਿਸ਼ਵ ਵਿਦਿਆਲੇ ਦੇ ਵਿੱਚ ਸਭ ਤੋਂ ਪਹਿਲਾਂ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਕਿ ਜਿਹੜੀ ਸਿੱਖਿਆ ਹੈਗੀ ਉਹ ਬਾਲ ਕੇਂਦਰਿਤ ਹੋਣੀ ਚਾਹੀਦੀ ਹੈਗੀ ਆ, ਬਾਲਕ ਕੇਂਦਰਿਤ ਹੋਣੀ ਚਾਹੀਦੀ ਹੈ, ਯਾਨੀ ਕਿ ਬੱਚੇ ਨੂੰ ਪ੍ਰਮੁੱਖ ਰੱਖਿਆ ਜਾਵੇ, ਬੱਚੇ ਦੀਆਂ ਲੋੜਾਂ ਨੂੰ, ਬੱਚੇ ਦੇ ਮਾਨਸਿਕ ਲੈਵਲ ਨੂੰ, ਬੱਚੇ ਦੀ ਸਰੀਰਕ ਯੋਗਤਾ ਜਿਹੜੀ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਤੇ ਉਹਦੇ ਅਕੋਰਡਿੰਗ ਜਿਹੜਾ ਕਹਿ ਸਕਦੇ ਹਨ ਬੱਚੇ ਦਾ ਵਿਕਾਸ ਹੈ ਜਿਹੜਾ ਉਹ ਕੰਪਲੀਟ ਹੋ ਪਾਵੇ। ਇਹ ਨਾ ਹੋਵੇ ਕਿ ਇੱਕ ਟੀਚਰ ਜਿਹੜਾ ਹੈ ਆਪਣੇ ਲੈਵਲ ਦੇ ਅਕੋਰਡਿੰਗ, ਆਪਣੀ ਐਜੂਕੇਸ਼ਨ ਦੇ ਅਕੋਰਡਿੰਗ ਛੋਟੇ ਬੱਚਿਆਂ ਦੇ ਉੱਪਰ ਜ਼ਿਆਦਾ ਵੱਡੇ ਜਿਹੜੇ ਕੰਸੈਪਟ ਆ ਉਹ ਸੌਂਪ ਦੇਵੇ। ਉਹਨੂੰ ਸਮਝਣਾ ਪਊਗਾ ਕਿ ਬੱਚੇ ਦੀਆਂ ਕੀ ਲੋੜਾਂ ਨੇ, ਅਤੇ ਇਸ ਲਈ 1919 ਦੇ ਵਿੱਚ ਇਸ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ ਸੀਗਾ ਕੋਲੰਬੀਆ ਵਿਸ਼ਵ ਵਿਦਿਆਲੇ ਦੇ ਵਿੱਚ। ਓਕੇ, ਨੈਕਸਟ ਹੈਗਾ ਮੀਨਜ਼ ਕਿ ਇੱਥੇ ਗੱਲ ਕੀਤੀ ਗਈ ਹੈ ਪੂਰਨ ਤੌਰ ਦੇ ਉੱਪਰ ਕਿ ਜਿਹੜਾ ਚਾਈਲਡ ਹੈ ਯਾਨੀ ਕਿ ਬੱਚਾ ਜਿਹੜਾ ਹੈ ਉਸ ਨੂੰ ਪ੍ਰਮੁੱਖ ਰੱਖਿਆ ਜਾਵੇ। ਟੀਚਰ ਬਾਰੇ ਜਿਹੜੀ ਕਹਿ ਸਕਦੇ ਨੇ ਕੋਈ ਵੀ ਗੱਲ ਨਹੀਂ, ਟੀਚਰ ਦੀ ਕੋਈ ਭੂਮਿਕਾ ਨਹੀਂ, ਸਿਰਫ ਇੰਨੀ ਭੂਮਿਕਾ ਕਿ ਉਸਨੇ ਗਾਈਡੈਂਸ ਜਿਹੜੀ ਹੈ ਉਹ ਪ੍ਰੋਵਾਈਡ ਕਰਨੀ ਹੈ ਇੱਕ ਬੱਚੇ ਨੂੰ। ਤਾਂ ਭਾਰਤ ਦੇ ਵਿੱਚ ਗੱਲ ਕਰੀਏ, ਸ਼ੁਰੂਆਤ ਹੋਈ ਇਸ ਦੀ ਗਿੱਜਪਾਈ ਜਿਹੜਾ ਵਧੀਕਾ ਸੀ ਜਿਹੜੇ ਕਿ ਗੁਜਰਾਤ ਦੇ ਸੀਗੇ, ਸੋ ਉੱਥੇ ਸ਼ੁਰੂਆਤ ਹੋਈ ਸੀਗੀ। ਡਾਕਟਰ ਮਰੀਆ ਮੰਟਰ ਸੀਗੇ ਜਿਹੜੇ ਕਿ ਇਹਨਾਂ ਨੇ ਇੱਕ ਸਕੂਲ ਦੀ ਵਿਵਸਥਾ ਕੀਤੀ ਸੀ ਔਰ ਇੱਥੇ ਇਹਨਾਂ ਨੇ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਸਿੱਖਿਆ ਦੇਣ ਦੇ ਲਈ ਕੁਝ ਜਿਹੜੇ ਕਹਿ ਸਕਦੇ ਹਨ ਨਵੇਂ ਜਿਹੜੇ ਵਿਚਾਰ ਅਤੇ ਨਵੀਆਂ ਵਿਧੀਆਂ ਜਿਹੜੀਆਂ ਉਹ ਅਪਣਾਈਆਂ ਜਾਣ, ਜਿਸ ਦੇ ਨਾਲ
ਚਾਈਲਡ ਐਜੂਕੇਸ਼ਨ ਦੇ ਵਿੱਚ ਇੱਕ ਨਵਾਂ ਜਿਹੜਾ ਕਹਿ ਸਕਦੇ ਹਾਂ ਨਾ ਮੋੜ ਆਇਆ, ਨਵਾਂ ਇੱਕ ਸਿਸਟਮ ਜਿਹੜਾ ਸ਼ੁਰੂ ਹੋਇਆ, ਜਿਸ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਕਿ ਬੱਚਾ ਜਿਹੜਾ ਹੈ ਉਸ ਨੂੰ ਕੇਂਦਰ ਦੇ ਵਿੱਚ ਰੱਖ ਕੇ ਹੀ ਪੜ੍ਹਾਇਆ ਜਾਵੇ। ਤਾਂ ਭਾਰਤ ਦੇ ਵਿੱਚ ਤਕਰੀਬਨ 1920 ਦੇ ਵਿੱਚ ਬਾਲ ਮੰਦਰ ਨਾਮਕ ਸੰਸਥਾ ਸਥਾਪਿਤ ਕੀਤੀ ਗਈ ਸੀਗੀ ਡਾਕਟਰ ਮੰਟਸਰੀ ਦੇ ਦੁਆਰਾ। ਸੋ ਇੱਥੇ ਗੱਲ ਕੀਤੀ ਗਈ ਸੀ ਇਹਨਾਂ ਨੇ ਬਾਲਕ ਕੇਂਦਰ ਐਜੂਕੇਸ਼ਨ ਦੀ, ਯਾਨੀ ਕਿ ਚਾਈਲਡ ਸੈਂਟਰ ਦੀ ਜਿਹੜੀ ਗੱਲ ਕੀਤੀ ਸੀਗੀ, ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਨਾ ਐਜੂਕੇਸ਼ਨ ਦੇਣ ਦੇ ਲਈ ਬੱਚੇ ਨੂੰ ਹੀ ਪ੍ਰਮੁੱਖ ਰੱਖਿਆ ਜਾਵੇ। ਟੀਚਰ ਸਿਰਫ ਅਤੇ ਸਿਰਫ ਗਾਈਡੈਂਸ ਹੀ ਪ੍ਰੋਵਾਈਡ ਕਰੇ ਅਤੇ ਟੀਚਰ ਜਿਹੜਾ ਹੈ ਬੱਚੇ ਦੀਆਂ ਕਮੀਆਂ ਨੂੰ ਸਮਝੇ ਅਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵੇ। ਠੀਕ ਹੈ, ਸੋ ਇਹ ਇੰਪੋਰਟੈਂਟ ਹੈ। ਡਾਕਟਰ ਮਰੀਆ ਮੰਟਸਰੀ ਨੇ 1920 ਦੇ ਵਿੱਚ ਬਾਲ ਮੰਦਰ ਨਾਮਕ ਜਿਹੜੀ ਸੰਸਥਾ ਉਸ ਦੀ ਸਥਾਪਨਾ ਕੀਤੀ ਸੀ, ਜਿਸ 'ਤੇ ਇਹਨਾਂ ਨੇ ਚਾਈਲਡ ਸੈਂਟਰ ਐਜੂਕੇਸ਼ਨ ਦਾ ਜਿਹੜਾ ਕੰਸੈਪਟ ਆ ਉਹ ਸ਼ੁਰੂ ਕੀਤਾ ਸੀ। ਬਾਲ ਕੇਂਦਰਿਤ ਸਿੱਖਿਆ ਦੇ ਅੰਤਰਗਤ ਬਾਲਕ ਦੀ ਸਰੀਰਕ ਤੇ ਮਾਨਸਿਕ ਯੋਗਤਾਵਾਂ ਦੇ ਵਿਕਾਸ ਦੇ ਆਧਾਰ ਦੇ ਉੱਪਰ ਜਿਹੜਾ ਅਧਿਐਨ ਕੀਤਾ ਜਾਂਦਾ ਹੈ, ਯਾਨੀ ਕਿ ਇਸ ਚੀਜ਼ ਨੂੰ ਸਮਝਿਆ ਜਾਂਦਾ ਹੈ ਕਿ ਬੱਚੇ ਦਾ ਸਰੀਰਕ ਸਮਰੱਥਾ ਕਿਹੋ ਜਿਹੀ ਹੈ, ਉਹ ਕਿੰਨਾ ਟਾਈਮ ਬੈਠ ਸਕਦਾ ਹੈ, ਕਿੰਨਾ ਟਾਈਮ ਉਹ ਸੁਣ ਸਕਦਾ ਹੈ, ਕਿਸ ਤਰ੍ਹਾਂ ਦੀ ਉਸਦੀ ਸਰੀਰ ਜਿਹੜਾ ਹੈ ਇੱਕ ਕਹਿ ਸਕਦੇ ਐਕਟਿਵ ਹੈ ਜਾਂ ਕਹਿ ਸਕਦੇ ਐਕਟਿਵ ਨਹੀਂ ਹੈਗਾ ਗਾ। ਠੀਕ ਹੈ, ਜਾਂ ਕਿਸੇ ਤਰ੍ਹਾਂ ਉਸ ਦੇ ਵਿੱਚ ਕਮਜ਼ੋਰੀ ਜਿਹੜੀ ਕਹਿ ਸਕਦੇ ਹਾਂ ਸਰੀਰਕ ਪੱਖੋਂ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਉਸਦੇ ਮਨ ਦੇ ਵਿੱਚ ਵੀ ਜਾਂ ਮਾਨਸਿਕ ਜਿਹੜੀ ਲੈਵਲ ਹੈ ਉਹ ਵੀ ਹੋ ਸਕਦਾ ਕਿ ਕਮਜ਼ੋਰ ਹੋਵੇ, ਜਲਦੀ ਸਿੱਖ ਨਾ ਪਾਉਂਦਾ ਹੋਵੇ। ਸੋ ਅਜਿਹੀਆਂ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਜਿਹੜਾ ਕਹਿ ਸਕਦੇ ਆ ਬੱਚੇ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਤੇ ਬੱਚੇ ਦਾ ਵਿਕਾਸ ਕੀਤਾ ਜਾਂਦਾ ਹੈ ਚਾਈਲਡ ਸੈਂਟਰਡ ਕਨਸੈਪਟ ਅਪਣਾ ਕੇ। ਅਤੇ ਇਸ ਤੋਂ ਇਲਾਵਾ ਬਾਲਕ ਦੇ ਵਿਵਹਾਰ ਅਤੇ ਵਿਅਕਤੀਤਵ ਦੀਆਂ ਕੁਝ ਜਿਹੜੀਆਂ ਅਸਮਾਨਤਾਵਾਂ ਹੁੰਦੀਆਂ ਨੇ, ਇਨਇਕੁਐਲਿਟੀਆਂ ਹੁੰਦੀਆਂ ਨੇ, ਉਹਨਾਂ ਨੂੰ ਟੀਚਰ ਦੇ ਦੁਆਰਾ ਸਮਝਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਬੱਚੇ ਦੇ ਬੌਧਿਕ ਦੁਰਬਲਤਾ ਮੀਨਸ ਕਿ ਬੱਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਬੌਧਿਕ ਕਮੀ ਹੋਣਾ, ਇੰਟੈਲੀਜੈਂਸੀ ਦੇ ਵਿੱਚ ਨਾ ਕਿਸੇ ਤਰ੍ਹਾਂ ਦੀ ਕਮੀ ਹੋਣਾ, ਬੱਚਾ ਸਮੱਸਿਆਤਮਕ ਹੋਣਾ, ਬੱਚੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋਣਾ, ਘੱਟ ਸਿੱਖਣਾ, ਠੀਕ ਆ, ਜਾਂ ਪੜ੍ਹਾਈ ਦੇ ਉੱਪਰ ਧਿਆਨ ਨਾ ਦੇਣਾ ਜਾਂ ਹੋਰ ਕਿਸੇ ਕੰਮ ਦੇ ਵਿੱਚ ਉਸਦਾ ਨਾ ਪਾਰਟੀਸਪੇਟ ਕਰਨਾ। ਇਸ ਤੋਂ ਇਲਾਵਾ ਕੁਝ ਬੱਚੇ ਜਿਹੜੇ ਰੋਗੀ ਹੁੰਦੇ ਨੇ ਬਚਪਨ ਤੋਂ ਹੀ ਲੈ ਕੇ, ਸੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ, ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਾ। ਔਰ ਇਸ ਤੋਂ ਇਲਾਵਾ ਕੁਝ ਬੱਚੇ ਅਪਰਾਧੀ ਟਾਈਪ ਦੇ ਬਣ ਜਾਂਦੇ ਨੇ, ਹੋ ਸਕਦਾ ਕਿ ਉਹ ਇਕਨੋਮਿਕਲ ਵੀਕ ਹੋਣ, ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਦੀ ਹੋਰ ਉਸਨੇ ਜਿਹੜੇ ਹਾਲਾਤ ਦੇਖੇ ਹੋਣ। ਸੋ ਇਹਨਾਂ ਨੂੰ ਸਮਝਣਾ ਪਊਗਾ ਇੱਕ ਅਧਿਆਪਕ ਨੂੰ, ਨਾ ਕਿ ਉਹਨੂੰ ਕੁੱਟ ਮਾਰ ਕੇ ਅਸੀਂ ਇਸ ਚੀਜ਼ ਦਾ ਸੋਲਿਊਸ਼ਨ ਕਰ ਸਕਦੇ ਹਾਂ। ਉਹਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪਊਗਾ ਕਿ ਇਹ ਚੀਜ਼ਾਂ ਉਸਦੀ ਜ਼ਿੰਦਗੀ ਦੇ ਵਿੱਚ ਐਂਟਰ ਕਿਵੇਂ ਹੋਈਆਂ, ਕਿਉਂ ਇਹ ਫੈਕਟਰਸ ਨੂੰ ਜਿਹੜਾ ਕਹਿ ਸਕਦੇ ਆ ਅਫੈਕਟ ਕਰਦੇ ਨੇ। ਸੋ ਇਹ ਚੀਜ਼ ਤਾਂ ਕਹਿ ਸਕਦੇ ਨਾ ਸਕਸੈਸਫੁਲ ਹੋ ਪਾਵੇਗੀ ਜੇਕਰ ਅਧਿਆਪਕ ਨੂੰ ਐਜੂਕੇਸ਼ਨ ਸਾਈਕੋਲੋਜੀ ਦਾ ਜਿਹੜਾ ਗਿਆਨ ਹੋਵੇਗਾ, ਤਾਂ ਉਹ ਇਹਨਾਂ ਸਮੱਸਿਆਵਾਂ ਦਾ ਜਿਹੜਾ ਸੋਲਿਊਸ਼ਨ ਆ ਕਰ ਸਕੇਗਾ ਅਤੇ ਬੱਚੇ ਨੂੰ ਗਾਈਡੈਂਸ ਪ੍ਰੋਵਾਈਡ ਕਰਕੇ ਇੱਕ ਅੱਛੀ ਟੀਚਿੰਗ ਜਿਹੜੀ ਆ ਉਹ ਕਰ ਪਾਵੇਗਾ ਅਤੇ ਬੱਚੇ ਨੂੰ ਵੱਧ ਤੋਂ ਵੱਧ ਸਿਖਾਉਣ ਦੇ ਵਿੱਚ ਮਦਦ ਜਿਹੜੀ ਆ ਉਹ ਕਰ ਪਾਵੇਗਾ। ਸੋ ਜੇਕਰ ਆਪਾਂ ਗੱਲ ਕਰੀਏ ਇੱਕ ਅਧਿਆਪਕ ਨੂੰ ਮਨੋਵਿਗਿਆਨ ਦਾ ਜੇਕਰ ਕੋਈ ਗਿਆਨ ਨਹੀਂ ਹੈਗਾ, ਤਾਂ ਉਹ ਇਸ ਸਥਿਤੀ ਦੇ ਵਿੱਚ ਬੱਚੇ ਨੂੰ ਸਿਰਫ ਕੁੱਟ ਮਾਰ ਹੀ ਸਕਦਾ ਹੈ, ਕੁੱਟ ਮਾਰ ਕੇ ਹੀ ਪੜ੍ਹਾਉਣ ਦੀ ਕੋਸ਼ਿਸ਼ ਕਰੇਗਾ। ਪਰ ਜੇ ਇੱਕ ਅਧਿਆਪਕ ਨੂੰ ਮਨੋਵਿਗਿਆਨ ਦਾ ਗਿਆਨ ਹੈ, ਤਾਂ ਉਹ ਬੱਚੇ ਨੂੰ ਕੋਸ਼ਿਸ਼ ਕਰੇਗਾ ਕਿ ਉਸ ਦੀਆਂ ਸਰੀਰਕ, ਸਮਾਜਿਕ ਅਤੇ ਮਨੋਵਿਗਿਆਨਿਕ ਜਿਹੜੀ ਸਮਰੱਥਾ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਕਿ ਬੱਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਉਹ ਕਿਵੇਂ ਹੋਣ ਦੇ ਵਿੱਚ ਆਈ ਹੈ, ਬੱਚਾ ਸਰੀਰਕ ਤੌਰ ਦੇ ਉੱਪਰ ਕਿਉਂ ਕਮਜ਼ੋਰ ਹੈ, ਉਸਦਾ ਫੂਡ ਸਹੀ ਹੈ, ਉਸਦੀ ਨਿਊਟ੍ਰੀਸ਼ਨ ਜਿਹੜੀ ਹੈ ਉਹ ਠੀਕ ਹੈਗੀ, ਠੀਕ ਆ, ਉਹ ਸਹੀ ਤਰੀਕੇ ਨਾਲ ਰੈਸਟ ਕਰ ਰਿਹਾ ਹੈ, ਉਸਦੀ ਸੁਸਾਇਟੀ ਕਿਹੋ ਜਿਹੀ ਹੈ, ਅਪਰਾਧੀਆਂ ਦੇ ਵਿੱਚ ਰਹਿੰਦਾ ਹੈ, ਇਕਨੋਮਿਕਲ ਵੀਕ ਸੈਕਸ਼ਨ ਦੇ ਵਿੱਚ ਰਹਿੰਦਾ ਹੈਗਾ, ਠੀਕ ਹੈ, ਜਾਂ ਉਹ ਕਿਸੇ ਅਮੀਰ ਤਬਕੇ ਦੇ ਵਿੱਚ ਰਹਿੰਦਾ ਹੈ। ਸੋ ਇਹ ਫੈਕਟਰ ਵੀ ਜਿਹੜਾ ਉੱਥੇ ਕੰਮ ਕਰਨਗੇ। ਔਰ ਇੱਕ ਜਿਹੜਾ ਅਧਿਆਪਕ ਹੋਵੇਗਾ ਮਨੋਵਿਗਿਆਨ ਦਾ ਗਿਆਨ ਰੱਖਦੇ ਹੋਵੇਗਾ, ਸੋ ਉਹ ਇਹਨਾਂ ਚੀਜ਼ਾਂ ਨੂੰ ਸਮਝੇਗਾ। ਇਸ ਤੋਂ ਇਲਾਵਾ ਬੱਚੇ ਦੇ ਮਨ ਨੂੰ ਸਮਝੇਗਾ ਕਿ ਬੱਚੇ ਦਾ ਲੈਵਲ ਕਿੰਨਾ ਹੈ, ਬੱਚਾ ਕਿੰਨਾ ਸਿੱਖ ਸਕਦਾ ਹੈ ਇਸ ਉਮਰ ਦੇ ਦੌਰਾਨ ਔਰ ਕਿਸ ਮੈਥਡ ਦੇ ਨਾਲ ਉਹ ਜ਼ਿਆਦਾ ਸਿੱਖ ਪਾਵੇਗਾ। ਇਹ ਤਦ ਸਕਸੈਸਫੁਲ ਹੋਵੇਗਾ ਜਦੋਂ ਇੱਕ ਅਧਿਆਪਕ ਨੂੰ ਪੂਰੇ ਦੇ ਪੂਰੇ ਮਨੋਵਿਗਿਆਨ ਦਾ ਜਿਹੜਾ ਕਹਿ ਸਕਦੇ ਹਾਂ ਗਿਆਨ ਹੋਵੇਗਾ। ਨਹੀਂ ਤਾਂ ਉਹ ਸਿਰਫ ਉਹਦੇ ਕੋਲ ਇੱਕੋ ਹੀ ਰਸਤਾ ਹੋਵੇਗਾ ਕਿ ਉਹ ਕੁੱਟ ਮਾਰ ਕੇ ਉਸਨੂੰ ਨਾ ਪੜ੍ਹਾਉਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਸਭ ਤੋਂ ਇੰਪੋਰਟੈਂਟ ਹੈ ਕਿ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਡਿਫਰੈਂਟ ਤਰ੍ਹਾਂ ਦਾ ਹੈ। ਕੋਈ ਵਿਅਕਤੀ ਜਿਹੜਾ ਹੈ ਜਲਦੀ ਸਿੱਖ ਪਾਉਂਦਾ ਹੈ, ਕੋਈ ਜਿਹੜਾ ਹੈ ਸਲੋ ਸਿੱਖਦਾ ਹੈ, ਕੋਈ ਮੱਧਮ ਟਾਈਪ ਦਾ ਹੁੰਦਾ ਹੈ ਨਾ। ਸੋ ਇਸੇ ਤਰੀਕੇ ਦੇ ਨਾਲ ਅਧਿਆਪਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝੇਗਾ ਕਿ ਜੇਕਰ ਸਾਰੀ ਕਲਾਸ ਦੇ ਵਿੱਚ ਉਹ ਟੀਚ ਕਰ ਰਿਹਾ, ਹੋ ਸਕਦਾ ਹੈ ਕਿ ਕੁਝ ਬੱਚੇ ਅਜਿਹੇ ਹੋਣ ਜਿਹੜੇ ਜਲਦੀ ਉਸ ਕਨਸੈਪਟ ਨੂੰ ਸਮਝ ਲੈਣ, ਕੁਝ ਬੱਚੇ ਹੋ ਸਕਦੇ ਕਿ ਉਸ ਨੂੰ ਸਲੋ ਜਾਂ ਦੁਬਾਰਾ ਰਿਪੀਟ ਕਰਨ ਦੇ ਉੱਪਰ ਹੀ ਸਮਝਣ। ਤਾਂ ਅਧਿਆਪਕ ਕੀ ਕਰੇਗਾ, ਇਹਨਾਂ ਚੀਜ਼ਾਂ ਨੂੰ ਸਮਝਦੇ ਹੋਏ ਟੀਚਿੰਗ ਕਰੇਗਾ ਅਤੇ ਉਹਨਾਂ ਨੂੰ ਗਾਈਡੈਂਸ ਜਿਹੜੀ ਹੈ ਪ੍ਰੋਵਾਈਡ ਕਰੇਗਾ ਅਤੇ ਉਹਨਾਂ ਨੂੰ ਐਜੂਕੇਸ਼ਨ ਦੇ ਤੌਰ ਦੇ ਉੱਪਰ ਅੱਛੀ ਐਜੂਕੇਸ਼ਨ ਦੇਣ ਦੇ ਲਈ ਇਹ ਸਾਰੇ ਫੈਕਟਰ ਸਮਝ ਕੇ ਬੱਚੇ ਨੂੰ ਸੈਂਟਰ ਦੇ ਵਿੱਚ ਰੱਖ ਕੇ ਐਜੂਕੇਸ਼ਨ ਦੇਵੇਗਾ, ਨਾ ਕਿ ਆਪਣੇ ਲੈਵਲ ਨੂੰ ਰੱਖ ਕੇ। ਠੀਕ ਹੈ, ਤਾਂ ਇਸੇ ਦੇ ਕਾਰਨ ਯਾਨੀ ਕਿ ਇਹਨਾਂ ਕਨਸੈਪਟਾਂ ਦੇ ਕਾਰਨ ਹੀ ਸਾਡੇ ਭਾਰਤ ਅਤੇ ਪੂਰੇ ਦੇ ਪੂਰੇ ਵਿਸ਼ਵ ਦੇ ਵਿੱਚ ਇਹ ਚੀਜ਼ ਸ਼ੁਰੂ ਹੋਈ ਹੈ ਕਿ ਚਾਈਲਡ ਸੈਂਟਰ ਐਜੂਕੇਸ਼ਨ ਦਿੱਤੀ ਜਾਵੇ, ਯਾਨੀ ਕਿ ਬੱਚੇ ਨੂੰ ਜਿਹੜਾ ਕਹਿ ਸਕਦੇ ਹਾਂ ਪ੍ਰਮੁੱਖ ਰੱਖ ਕੇ ਐਜੂਕੇਸ਼ਨ ਦਿੱਤੀ ਜਾਵੇ। ਸੋ ਇਹ ਸੀ ਸਾਡਾ ਕੰਸੈਪਟ ਜਿਹਦੇ ਵਿੱਚ ਚਾਈਲਡ ਸੈਂਟਰ ਦੀ ਗੱਲ ਕੀਤੀ ਗਈ ਹੈ। ਚਾਈਲਡ ਸੈਂਟਰ ਮੀਨਸ ਸਧਾਰਨ ਸ਼ਬਦਾਂ ਦੇ ਵਿੱਚ ਹੈ ਕਿ ਬੱਚੇ
ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਟੀਚਿੰਗ ਕਰਨਾ, ਠੀਕ ਹੈ, ਨਾ ਕਿ ਅਧਿਆਪਕ ਦੀਆਂ ਲੋੜਾਂ ਨੂੰ। ਔਰ ਜਿਹੜੀ ਸਿੱਖਿਆ ਹੈ ਉਹ ਨਾ ਕਿ ਅਧਿਆਪਕ ਦੇ ਲਈ ਹੈ, ਸਗੋਂ ਉਹ ਇੱਕ ਬੱਚੇ ਦੇ ਲਈ ਹੈਗੀ। ਓਕੇ, ਸੋ ਅੱਗੇ ਹੈ ਚਾਈਲਡ ਸੈਂਟਰ ਦਾ ਜਿਹੜਾ ਕੰਸੈਪਟ ਹੈ ਐਜੂਕੇਸ਼ਨ ਨੂੰ ਲੈ ਕੇ, ਉਸ ਦੇ ਅੰਤਰਗਤ ਕੁਝ ਜਿਹੜੇ ਕੋਰੀਕੁਲਮ ਜਿਹੜੇ ਹੈ ਉਹ ਤਿਆਰ ਕੀਤੇ ਜਾਂਦੇ ਨੇ। ਸੋ ਇਸ ਲਈ ਇਸ ਦਾ ਜਿਹੜਾ ਸਰੂਪ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਯਾਨੀ ਕਿ ਚਾਈਲਡ ਸੈਂਟਰ ਦੇ ਲਈ ਕਿਹੋ ਜਿਹੇ ਕੰਸੈਪਟ ਜਾਂ ਕਿਹੋ ਜਿਹਾ ਕੋਰੀਕੁਲਮ ਜਿਹੜਾ ਉਹ ਤਿਆਰ ਕੀਤਾ ਜਾਵੇ, ਤਾਂ ਕਿ ਬੱਚੇ ਨੂੰ ਬੱਚੇ ਨੂੰ ਜਿਹੜਾ ਹੈ ਕੇਂਦਰ ਦੇ ਵਿੱਚ ਰੱਖ ਕੇ ਐਜੂਕੇਸ਼ਨ ਦਿੱਤੀ ਜਾਵੇ। ਅਤੇ ਇਸ ਦੇ ਲਈ ਇਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਹਾਂ ਯੋਗਤਾਵਾਂ, ਰੁਚੀਆਂ ਅਤੇ ਸਮਰੱਥਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚਿਆਂ ਦੇ ਲਈ ਅਲੱਗ ਤਰ੍ਹਾਂ ਦਾ ਜਿਹੜਾ ਪਾਠਕ੍ਰਮ ਹੈ, ਕੋਰੀਕੁਲਮ ਹੈ, ਉਹ ਤਿਆਰ ਕੀਤਾ ਜਾਂਦਾ ਹੈ। ਉਹਦੇ ਅਕੋਰਡਿੰਗ ਜਿਹੜਾ ਬੱਚੇ ਨੂੰ ਕਹਿ ਸਕਦੇ ਹਾਂ ਟੀਚਿੰਗ ਕੀਤੀ ਜਾਂਦੀ ਹੈ ਜਾਂ ਐਜੂਕੇਸ਼ਨ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸੋ ਇਸ ਲਈ ਪਹਿਲਾ ਹੈ ਕਿ ਬੱਚੇ ਨੂੰ ਗਿਆਨ ਦੇਣ ਤੋਂ ਪਹਿਲਾਂ ਜਾਂ ਟੀਚਿੰਗ ਕਰਨ ਤੋਂ ਪਹਿਲਾਂ ਉਸ ਦਾ ਜਿਹੜਾ ਆਧਾਰ ਹੋਣਾ ਚਾਹੀਦਾ ਹੈ ਉਹ ਪੂਰਵ ਗਿਆਨ ਹੋਣਾ ਚਾਹੀਦਾ ਹੈ, ਪ੍ਰੀਵੀਅਸ ਨੌਲੇਜ ਦੇ ਉੱਪਰ ਡਿਪੈਂਡ ਹੋਣਾ ਚਾਹੀਦਾ ਹੈ। ਕਿਸ ਤਰ੍ਹਾਂ ਕਿ ਬੱਚੇ ਨੂੰ ਜੋ ਕੰਸੈਪਟ ਪਹਿਲਾਂ ਥੋੜ੍ਹਾ ਬਹੁਤਾ ਆਉਂਦਾ ਹੈ, ਸੋ ਉਸ ਪ੍ਰਤੀ ਪਹਿਲਾਂ ਉਸ ਦੇ ਨਾਲ ਅਗਲੇ ਟੌਪਿਕ ਦੇ ਉੱਪਰ ਗੱਲ ਕੀਤੀ ਜਾਵੇ, ਯਾਨੀ ਕਿ ਜੋ ਚੀਜ਼ ਉਸ ਨੂੰ ਪਤਾ ਹੈ ਉਸ ਦੇ ਨਾਲ ਰਿਲੇਟਡ ਜੋੜ ਕੇ ਪੁਰਾਣੇ ਗਿਆਨ ਦੇ ਵਿੱਚ ਨਵਾਂ ਗਿਆਨ ਜਿਹੜਾ ਉਹ ਐਡ ਕੀਤਾ ਜਾਵੇ। ਇਹ ਨਾ ਹੋਵੇ ਕਿ ਸ਼ੁਰੂਆਤੀ ਜਾਂਦੇ ਹੀ ਬੱਚੇ ਨੂੰ ਵੱਡੀਆਂ ਜਿਹੜੀਆਂ ਬੁੱਕਸ ਜਾਂ ਵੱਡੀਆਂ ਜਿਹੜੀਆਂ ਕਵਿਤਾਵਾਂ ਉਹ ਪੜ੍ਹਾਉਣੀਆਂ ਸ਼ੁਰੂ ਕਰਨ। ਬੱਚੇ ਨੂੰ ਛੋਟੇ ਛੋਟੇ ਸ਼ਬਦਾਂ ਤੋਂ, ਛੋਟੀਆਂ ਗੱਲਾਂ ਤੋਂ ਜੋ ਉਹ ਪਹਿਲਾਂ ਤੋਂ ਜਾਣਦਾ ਹੈ ਉਹਦੇ ਨਾਲ ਜੋੜ ਕੇ ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਡ ਕੀਤੀਆਂ ਜਾਣ। ਦੂਸਰਾ ਹੈ ਪਾਠਕ੍ਰਮ ਜਿਹੜਾ ਉਹ ਬੱਚਿਆਂ ਦੀ ਰੁਚੀ ਦੇ ਅਨੁਸਾਰ ਆਉਣਾ ਚਾਹੀਦਾ ਹੈ। ਹਰ ਇੱਕ ਬੱਚੇ ਦਾ ਜਿਹੜਾ ਲੈਵਲ ਹੈ, ਠੀਕ ਹੈ, ਏਜ ਦੇ ਅਨੁਸਾਰ ਬਦਲਦਾ ਰਹਿੰਦਾ ਹੈ। ਛੋਟੇ ਬੱਚੇ ਨੇ ਜਿਹੜੇ ਉਹ ਗੇਮਸ ਦੇ ਥਰੂ ਜਿਹੜਾ ਜ਼ਿਆਦਾ ਸਿੱਖਦੇ ਨੇ ਜਾਂ ਗੇਮ ਦੇ ਵਿੱਚ ਇੰਟਰਸਟ ਲੈਂਦੇ ਨੇ। ਵੱਡੇ ਬੱਚੇ ਜਿਹੜੇ ਹੋ ਜਾਂਦੇ ਹੋ ਸਕਦਾ ਉਹ ਡਾਇਰੀ ਵਗੈਰਾ ਲਿਖਣੀ ਸ਼ੁਰੂ ਕਰ ਦੇਣ, ਹੋ ਸਕਦਾ ਹੈ ਕਿ ਉਹ ਕਵਿਤਾਵਾਂ ਜਿਹੜੀਆਂ ਪੜ੍ਹਨੀਆਂ ਸ਼ੁਰੂ ਕਰ ਦੇਣ। ਸੋ ਫਿਰ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ, ਉਹਨਾਂ ਦੇ ਰੁਚੀ ਦੇ ਅਕੋਰਡਿੰਗ ਜਿਹੜਾ ਹੈ ਬੱਚਿਆਂ ਨੂੰ ਕਹਿ ਸਕਦੇ ਨਾ ਪਾਠਕ੍ਰਮ ਜਿਹੜਾ ਤਿਆਰ ਕਰਕੇ ਦੇਣਾ ਚਾਹੀਦਾ, ਤਾਂ ਕਿ ਜਿਸ ਚੀਜ਼ ਦੇ ਵਿੱਚ ਉਹਨਾਂ ਦੀ ਰੁਚੀ ਹੈ ਉਹਨੂੰ ਉਹ ਜਲਦੀ ਦੇ ਨਾਲ ਸਿੱਖ ਲੈਂਦੇ ਹੁੰਦੇ ਨੇ। ਇਹ ਇੱਕ ਫੈਕਟਰ ਹੈ, ਜਿਸ ਚੀਜ਼ ਦੇ ਵਿੱਚ ਕਿਸੇ ਵੀ ਪਰਸਨ ਨੂੰ ਇੰਟਰਸਟ ਹੋਵੇਗਾ ਉਸ ਨੂੰ ਉਹ ਬੜੀ ਤੇਜ਼ੀ ਦੇ ਨਾਲ ਕਹਿ ਸਕਦੇ ਨਾ ਜਲਦੀ ਸਿੱਖ ਪਾਵੇਗਾ। ਤਾਂ ਇਸੇ ਲਈ ਜਿਹੜਾ ਪਾਠਕ੍ਰਮ ਕੁਝ ਅਜਿਹਾ ਹੀ ਹੋਣਾ ਚਾਹੀਦਾ। ਛੋਟੇ ਬੱਚਿਆਂ ਦੇ ਲਈ ਅਸੀਂ ਪਿਕਚਰ ਦਾ ਇਸਤੇਮਾਲ ਕਰ ਸਕਦੇ ਹਾਂ, ਗੇਮਸ ਦਾ ਇਸਤੇਮਾਲ ਕਰ ਸਕਦੇ ਹਾਂ, ਜਿਹਦੇ ਨਾਲ ਉਹ ਵੱਧ ਤੋਂ ਵੱਧ ਜਿਹੜਾ ਸਿੱਖ ਸਕਦਾ ਹੈ, ਜੋ ਕਿ ਅੱਜ ਦੇ ਸਾਡੇ ਪਲੇਵੇ ਸਕੂਲ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਹੈਗੀ ਹੈ ਨਾ। ਸੋ ਇਹ ਉਹਨਾਂ ਦੀ ਰੁਚੀ ਦੇ ਅਕੋਰਡਿੰਗ ਹੈ। ਇਸ ਤੋਂ ਇਲਾਵਾ ਪਾਠਕ੍ਰਮ ਜਿਹੜਾ ਹੈ ਉਹ ਲਚੀਲਾ ਹੋਣਾ ਚਾਹੀਦਾ ਹੈ। ਲਚੀਲਾ ਮਤਲਬ ਕਿ ਉਹ ਚੇਂਜੇਬਲ ਹੋਣਾ ਚਾਹੀਦਾ ਹੈ, ਬੱਚੇ ਦੇ ਏਜ ਦੇ ਅਕੋਰਡਿੰਗ, ਬੱਚੇ ਦੇ ਮਾਈਂਡ ਦੇ ਲੈਵਲ, ਉਹਨੂੰ ਟੀਚਰ ਆਸਾਨੀ ਦੇ ਨਾਲ ਚੇਂਜ ਕਰ ਸਕੇ। ਇਹ ਨਾ ਹੋਵੇ ਕਿ ਉਹ ਕਠੋਰ ਟਾਈਪ ਦਾ ਹੋਵੇ ਔਰ ਟੀਚਰ ਸਿਰਫ ਉਸੇ ਮੈਥਡ ਨਾਲ ਜਾਂ ਉਸੇ ਤਰੀਕੇ ਦੇ ਨਾਲ ਹੀ ਉਸ ਪਾਠਕ੍ਰਮ ਨੂੰ ਪੜ੍ਹਾਉਂਦਾ ਰਹੇ। ਸੋ ਜੇਕਰ ਲੋੜ ਮਹਿਸੂਸ ਹੋਵੇ ਤਾਂ ਟੀਚਰ ਉਸ ਨੂੰ ਆਸਾਨੀ ਦੇ ਨਾਲ ਚੇਂਜ ਕਰ ਪਾਵੇ। ਸੋ ਉਸੇ ਨੂੰ ਹੀ ਲਚੀਲਾ ਪਾਠਕ੍ਰਮ ਜਿਹੜਾ ਕਿਹਾ ਜਾਂਦਾ ਹੈ, ਅਤੇ ਇਹ ਬਾਲ ਕੇਂਦਰਿਤ ਦੇ ਵਿੱਚ ਹੋਣਾ ਜ਼ਰੂਰੀ ਹੈਗਾ, ਬਾਲ ਕੇਂਦਰਿਤ ਸਿੱਖਿਆ ਦੇ ਵਿੱਚ। ਨੈਕਸਟ ਹੈ ਜੀਵਨ ਉਪਯੋਗੀ ਹੋਣਾ ਚਾਹੀਦਾ ਹੈ। ਸੋ ਜਿਹੜਾ ਵੀ ਕੋਰੀਕੁਲਮ ਤਿਆਰ ਕੀਤਾ ਜਾਂਦਾ ਹੈ ਬੱਚੇ ਦੇ ਲਈ, ਔਰ ਜਿੱਥੇ ਗੱਲ ਕੀਤੀ ਜਾਂਦੀ ਹੈ ਚਾਈਲਡ ਸੈਂਟਰ ਦੀ, ਤਾਂ ਉੱਥੇ ਜਿਹੜਾ ਵੀ ਪਾਠਕ੍ਰਮ ਪੜ੍ਹਾਇਆ ਜਾਊਗਾ, ਠੀਕ ਹੈ, ਉਹ ਜੀਵਨ ਦੇ ਲਈ ਉਪਯੋਗੀ ਹੋਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਸ ਦਾ ਜੀਵਨ ਦੇ ਵਿੱਚ ਕਿਤੇ ਉਪਯੋਗੀ ਨਾ ਹੋਵੇ, ਬੱਚਾ ਉਸ ਨੂੰ ਸਿੱਖਦਾ ਰਹੇ ਬਟ ਜ਼ਿੰਦਗੀ ਦੇ ਵਿੱਚ ਕਿਤੇ ਉਸ ਦੇ ਕੰਮ ਹੀ ਨਾ ਆਵੇ। ਸੋ ਇੱਥੇ ਸਭ ਤੋਂ ਇੰਪੋਰਟੈਂਟ ਰਹੂਗਾ ਕਿ ਜਿਹੜਾ ਵੀ ਪਾਠਕ੍ਰਮ ਪੇਸ਼ ਕੀਤਾ ਜਾਊਗਾ ਜਾਂ ਤਿਆਰ ਕੀਤਾ ਜਾਊਗਾ ਉਹ ਜੀਵਨ ਉਪਯੋਗੀ ਹੋਣਾ ਚਾਹੀਦਾ ਹੈ, ਜੀਵਨ ਜਾਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਹੋਣਾ ਚਾਹੀਦਾ ਹੈਗਾ ਗਾ। ਨੈਕਸਟ ਹੈ ਵਾਤਾਵਰਨ ਦੇ ਅਨੁਸਾਰ। ਸੋ ਕਿਸ ਤਰ੍ਹਾਂ ਦਾ ਐਨਵਾਇਰਮੈਂਟ ਹੈ ਉਸ ਦੇ ਆਸ-ਪਾਸ ਸਕੂਲ ਦੇ ਵਿੱਚ, ਠੀਕ ਹੈ, ਜਾਂ ਪਲੇਵੇ ਸਕੂਲ ਜਿਹੜੇ ਹੈਗੇ ਨੇ ਕਿਹੋ ਜਿਹਾ ਐਨਵਾਇਰਮੈਂਟ ਕ੍ਰੀਏਟ ਕੀਤਾ ਹੋਇਆ। ਸੋ ਉਹ ਸਾਰੇ ਦਾ ਸਾਰਾ ਕਹਿ ਸਕਦੇ ਹਾਂ ਉਸ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਜੇਕਰ ਜ਼ਿਆਦਾਤਰ ਮੀਨਸ ਕਿ ਜੇਕਰ ਕੋਈ ਪਹਾੜੀ ਖੇਤਰ ਦੇ ਵਿੱਚ ਰਹਿੰਦਾ ਤਾਂ ਉਸ ਦੇ ਅਕੋਰਡਿੰਗ ਉਸ ਨੂੰ ਪਹਾੜੀ ਖੇਤਰ ਦੇ ਨਾਲ ਕੁਝ ਜਿਹੜੀਆਂ ਗੱਲਾਂ ਜੋੜ ਕੇ ਪੇਸ਼ ਕੀਤੀਆਂ ਜਾਣ। ਕੋਈ ਮੈਦਾਨੀ ਇਲਾਕੇ ਦੇ ਵਿੱਚ ਰਹਿੰਦਾ ਹੈ, ਕੋਈ ਰਿਵਰ ਵਾਲੇ ਇਲਾਕਿਆਂ ਦੇ ਵਿੱਚ ਰਹਿੰਦਾ ਹੈ, ਕੋਈ ਜੰਗਲਾਂ ਦੇ ਵਿੱਚ ਰਹਿੰਦਾ ਹੈ ਤਾਂ ਬੱਚੇ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਜਿਹੋ ਜਿਹਾ ਉਸ ਦਾ ਐਨਵਾਇਰਮੈਂਟ ਹੈ ਉਹਦੇ ਅਕੋਰਡਿੰਗ ਉਸ ਦੀਆਂ ਜਿਹੜੀਆਂ ਰਚਨਾਵਾਂ ਹੋਣੀਆਂ ਚਾਹੀਦੀਆਂ। ਮੀਨਸ ਸਰਦੀਆਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਸਰਦੀਆਂ ਵਾਲੀਆਂ ਜਿਹੜੀਆਂ ਕੁਝ ਰਚਨਾਵਾਂ ਹੋਣ, ਗਰਮੀਆਂ ਦੇ ਵਿੱਚ ਕੁਝ ਗਰਮੀਆਂ ਵਾਲੀਆਂ, ਤਾਂ ਕਿ ਬੱਚਾ ਮੌਸਮ ਔਰ ਜਿਹੜਾ ਐਨਵਾਇਰਮੈਂਟ ਉਸ ਨੂੰ ਵੀ ਸਮਝਦਾ ਰਹੇ ਅਤੇ ਨਾਲ ਉਹ ਐਜੂਕੇਸ਼ਨ ਵੀ ਜਿਹੜੀ ਆ ਉਹ ਲੈਂਦਾ ਰਹੇ। ਸੋ ਪਾਠਕ੍ਰਮ ਜਿਹੜਾ ਹੈ ਉਹ ਰਾਸ਼ਟਰੀ ਭਾਵਨਾ ਨੂੰ ਵਿਕਸਿਤ ਕਰਨ ਵਾਲਾ ਹੋਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਹ ਧਰਮ ਦੇ ਆਧਾਰ ਦੇ ਉੱਪਰ, ਕਾਸਟ ਦੇ ਆਧਾਰ ਦੇ ਉੱਪਰ, ਠੀਕ ਹੈ, ਜਾਂ ਕਿਸੇ ਹੋਰ ਤਰ੍ਹਾਂ ਦੇ ਸੈਕਸ਼ਨ ਨੂੰ ਲੈ ਕੇ ਉਹ ਮਤਭੇਦ ਕਰੇ, ਠੀਕ ਹੈ, ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਜਾਂ ਆਪਣੇ ਆਪ ਨੂੰ ਡਿਫਰੈਂਟ ਪੇਸ਼ ਕਰੇ। ਸੋ ਇੱਥੇ ਜ਼ਰੂਰੀ ਹੈ ਕਿ ਉਹ ਜਿਹੜੀ ਰਾਸ਼ਟਰੀ ਭਾਵਨਾ ਹੈ ਆਪਣੇ ਆਪ ਨੂੰ ਇੰਟੀਗ੍ਰੇਟਡ ਸਮਝੇ, ਪੂਰੇ ਰਾਸ਼ਟਰ ਦਾ ਇੱਕ ਭਾਗ ਸਮਝੇ, ਚਾਹੇ ਉਹ ਇੰਡੀਆ ਹੈ ਚਾਹੇ ਕਿਸੇ ਹੋਰ ਕੰਟਰੀ ਦਾ ਹੈ। ਸੋ ਇਸ ਦੇ ਵਿੱਚ ਇਹ ਭਾਵਨਾ ਹੋਣੀ ਸਭ ਤੋਂ ਜ਼ਰੂਰੀ ਹੈ ਤਾਂ ਕਿ ਉਹ ਸਮਾਜ ਦੇ ਵਿੱਚ ਉਸੇ ਤਰੀਕੇ ਦੇ ਨਾਲ ਵਿਚਰ ਪਾਵੇ ਅਤੇ ਇੱਕ ਜਿਹੜੀ ਕਹਿ ਸਕਦੇ ਹਾਂ ਅੱਛੀ ਭਾਵਨਾ ਰਾਸ਼ਟਰ ਨੂੰ ਦੇ ਸਕੇ।
ਸਮਾਜ ਦੀਆਂ ਜ਼ਰੂਰਤਾਂ ਦੇ ਅਨੁਸਾਰ। ਸੋ ਜੋ ਵੀ ਪਾਠਕ੍ਰਮ ਤਿਆਰ ਕੀਤਾ ਜਾਊਗਾ ਉਹ ਸਮਾਜ ਦੀਆਂ ਲੋੜਾਂ ਦੇ ਜਾਂ ਜ਼ਰੂਰਤਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਸਦੀ ਕੋਈ ਜ਼ਰੂਰਤ ਹੀ ਨਾ ਹੋਵੇ ਅਤੇ ਉਹ ਸਮਾਜ ਨੂੰ ਸਮਝ ਹੀ ਨਾ ਪਾਵੇ। ਤਾਂ ਜਿਹੜਾ ਵੀ ਪਾਠਕ੍ਰਮ ਤਿਆਰ ਕੀਤਾ ਜਾਊਗਾ ਚਾਈਲਡ ਸੈਂਟਰ ਐਜੂਕੇਸ਼ਨ ਦੇ ਵਿੱਚ ਉਹ ਸਮਾਜ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਕ੍ਰੀਏਟ ਕੀਤਾ ਹੋਣਾ ਚਾਹੀਦਾ ਹੈ। ਪਾਠਕ੍ਰਮ ਜਿਹੜਾ ਹੈ ਉਹ ਬੱਚਿਆਂ ਦੇ ਮਾਨਸਿਕ ਸਤਰ ਦੇ ਅਨੁਸਾਰ ਹੋਣਾ ਚਾਹੀਦਾ ਹੈ। ਸੋ ਬੱਚਿਆਂ ਦਾ ਜਿਹੋ ਜਿਹਾ ਲੈਵਲ ਹੋਵੇਗਾ, ਬੱਚਿਆਂ ਦੀ ਜਿੰਨੀ ਏਜ ਹੋਵੇਗੀ, ਬੱਚਾ ਜਿੰਨਾ ਸਮਝ ਸਕਦਾ ਹੋਵੇਗਾ, ਜਿੰਨੀ ਉਸਦੀ ਸਮਰੱਥਾ ਹੋਵੇਗੀ, ਉਹਦੇ ਅਨੁਸਾਰ ਹੀ ਜਿਹੜਾ ਪਾਠਕ੍ਰਮ ਬਣਾਉਣਾ ਚਾਹੀਦਾ ਹੈ। ਛੋਟੇ ਬੱਚਿਆਂ ਦੇ ਲਈ ਇੱਕ ਪੇਜ ਦਾ ਜਿਹੜਾ ਲੈਸਨ ਬਣਾਇਆ ਜਾ ਸਕਦਾ ਹੈ, ਕੁਝ ਸ਼ਬਦ ਉਸ ਦੇ ਵਿੱਚ ਹੋ ਸਕਦੇ ਨੇ, ਉਸਨੂੰ ਸ਼ਬਦ ਜਿਹੜੇ ਸਮਝਾਏ ਸਕਦੇ ਨੇ ਨਾ। ਸੋ ਉਸ ਤਰੀਕੇ ਨਾਲ ਵੱਡੇ ਬੱਚੇ ਦੇ ਲਈ ਅਸੀਂ ਵੱਡੀ ਕਿਤਾਬ ਦਾ ਜਿਹੜਾ ਕਹਿ ਸਕਦੇ ਇਸਤੇਮਾਲ ਕਰ ਸਕਦੇ ਹਾਂ, ਜ਼ਿਆਦਾ ਪੇਜ ਉਸ ਨੂੰ ਪੜ੍ਹਾ ਸਕਦੇ ਹਾਂ, ਅਤੇ ਉਸ ਦੇ ਅਕੋਰਡਿੰਗ ਜਿਹੜਾ ਪਾਠਕ੍ਰਮ ਆ ਉਹ ਹੋਣਾ ਚਾਹੀਦਾ ਹੈ। ਪਾਠਕ੍ਰਮ ਜਿਹੜਾ ਹੈ ਉਹ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਜਾਣਾ ਚਾਹੀਦਾ ਹੈ, ਯਾਨੀ ਕਿ ਹਰ ਬੱਚਾ ਡਿਫਰੈਂਟ ਹੈ ਅਤੇ ਉਸ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਵੇ ਤਾਂ ਕਿ ਉਸ ਨੂੰ ਹਰ ਬੱਚਾ, ਚਾਹੇ ਉਹ ਸਪੈਸ਼ਲ ਨੀਡਸ ਵਾਲਾ ਹੋਵੇ, ਚਾਹੇ ਕਿਸੇ ਤਰ੍ਹਾਂ ਦੀ ਹੋਰ ਹੋਵੇ, ਚਾਹੇ ਉਹ ਪ੍ਰਤਿਭਾਸ਼ਾਲੀ ਹੋਵੇ, ਉਹਨੂੰ ਬੜੀ ਆਸਾਨੀ ਦੇ ਨਾਲ ਸਮਝ ਸਕੇ। ਠੀਕ ਹੈ, ਤਾਂ ਇਸ ਲਈ ਪਾਠਕ੍ਰਮ ਜਿਹੜਾ ਹੈ ਉਹ ਵਿਅਕਤੀਗਤ ਭਿੰਨਤਾਵਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਤਿਆਰ ਕਰਨਾ ਚਾਹੀਦਾ ਹੈ। ਤਾਂ ਇਹ ਸੀ ਸਾਡਾ ਅੱਜ ਦਾ ਪੂਰਾ ਟੌਪਿਕ, ਜਿਸ ਦੇ ਵਿੱਚ ਆਪਾਂ ਚਾਈਲਡ ਸੈਂਟਰਡ ਐਜੂਕੇਸ਼ਨ ਦੀ ਗੱਲ ਕੀਤੀ ਹੈ ਅਤੇ ਚਾਈਲਡ ਸੈਂਟਰਡ ਐਜੂਕੇਸ਼ਨ ਨੂੰ ਅਪਣਾਉਂਦੇ ਹੋਏ ਇੱਕ ਅੱਛਾ ਜਿਹੜਾ ਕੋਰੀਕੂਲਮ ਹੈ ਉਹ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ, ਕਿਹਨਾਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੈਗੇ ਜਿਹਦੇ ਨਾਲ ਚਾਈਲਡ ਸੈਂਟਰਡ ਐਜੂਕੇਸ਼ਨ ਹੈ ਜਿਹੜੀ ਉਸਨੂੰ ਅਸੀਂ ਸਕਸੈਸਫੁਲ ਬਣਾ ਸਕਦੇ ਹਾਂ। ਤਾਂ ਇਹ ਉਸ ਦੇ ਨਾਲ ਪੂਰੇ ਦੇ ਪੂਰੇ ਜਿਹੜੇ ਫੈਕਟਰ ਆ ਉਹ ਰਿਲੇਟਡ ਸੀਗੇ। ਸੋ ਉਮੀਦ ਕਰਦਾ ਹਾਂ ਕਿ ਸੈਸ਼ਨ ਸਭ ਦੇ ਲਈ ਹੈਲਪਫੁਲ ਰਹੂਗਾ। ਸੋ ਕੱਲ੍ਹ ਵਾਲੇ ਸੈਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰੋਗਰੈਸਿਵ ਜਿਹੜੀ ਐਜੂਕੇਸ਼ਨ ਹੈ, ਸੋ ਉਸ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।